Hello students, in this lecture we discuss chapter 3 features and appraisal of economic reforms. In my previous lecture we discuss liberalization and privatization. In this lecture we discuss globalizations. Globalization means linking the economy of a country with the economies of other countries by means of free trade, free mobility of capital and labor, etc. ਨਿਊ ਇਕਨੋਮਿਕ ਰੀਫੋਰਮਸ ਤੋਂ ਪਹਿਲਾਂ ਜਿਹੜੀ ਇੰਡੀਅਨ ਇਕੋਨਮੀ ਦਾ ਜਿਹੜਾ ਟਰੇਡ ਸੀਗਾ ਜ਼ਿਆਦਾ ਕੰਟਰੀਜ਼ ਦੇ ਨਾਲ ਨਹੀਂ ਹੁੰਦਾ ਸੀ। ਜਿਹੜਾ ਫੋਰਨ ਟਰੇਡ ਹੁੰਦਾ ਉਸ ਦੇ ਉੱਪਰ ਬਹੁਤ ਸਾਰੀਆਂ ਰੈਸਟ੍ਰਿਕਸ਼ਨ ਸੀਗੀਆਂ। ਫਿਰ ਨਿਊ ਇਕਨੋਮਿਕ ਰੀਫੋਰਮਸ ਦੇ ਵਿੱਚ ਗਲੋਬਲਾਈਜੇਸ਼ਨ ਦੇ ਕਨਸੈਪਟ ਨੂੰ ਲਿਆਂਦਾ ਗਿਆ ਕਿ ਇੰਡੀਆ ਦੇ ਵਿੱਚ ਫ੍ਰੀ ਟਰੇਡ ਪੋਲਿਸੀ, ਫ੍ਰੀ ਮੋਬਿਲਿਟੀ ਆਫ ਕੈਪੀਟਲ ਐਂਡ ਲੇਬਰ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਐਂਡ ਇਟ ਆਲਸੋ ਮੀਨਸ ਇਨਵਾਈਟਿੰਗ ਮਲਟੀਨੈਸ਼ਨਲ ਕਾਰਪੋਰੇਸ਼ਨ ਟੂ ਇਨਵੈਸਟ ਇਨ ਇੰਡੀਆ। ਗਲੋਬਲਾਈਜੇਸ਼ਨ ਦੇ ਕਾਰਨ ਇੰਡੀਆ ਦੇ ਵਿੱਚ ਜਿਹੜੀ ਮਲਟੀਨੈਸ਼ਨਲ ਕਾਰਪੋਰੇਸ਼ਨ ਨੂੰ ਇਨਵਾਈਟ ਕੀਤਾ ਗਿਆ ਕਿ ਉਹ ਇੰਡੀਆ ਦੇ ਵਿੱਚ ਆ ਕੇ ਇਨਵੈਸਟ ਕਰ ਸਕਣ ਆਪਣਾ ਪੈਸਾ। Economic reforms assume that Indian economy should have close link with the world economy. As a result, there will be unrestricted flow of goods and services. That means ਕਿ ਪਹਿਲਾਂ ਇੰਡੀਅਨ ਇਕੋਨਮੀ ਦੇ ਇੰਨਾ ਜ਼ਿਆਦਾ ਟਰੇਡ ਨਹੀਂ ਸੀ, ਕਲੋਜ਼ ਇਕੋਨਮੀ ਸੀ ਇੰਡੀਅਨ ਇਕੋਨਮੀ ਇੱਕ, ਜਿਸ ਕਾਰਨ ਜਿਹੜੇ ਇੰਡੀਅਨ ਇਕੋਨਮੀ ਦੇ ਵਿੱਚ ਜਿਹੜੀਆਂ ਡੈਵਲਪਡ ਕੰਟਰੀਜ਼ ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਸੀਗੀਆਂ, ਕੈਪੀਟਲ, ਟੈਕਨੋਲੋਜੀ ਸੀਗੀਆਂ, ਡਿਫਰੈਂਟ ਕੰਟਰੀਜ਼ ਤੋਂ ਜਿਹੜਾ ਇੰਪੋਰਟ ਕੀਤਾ ਜਾਂਦਾ ਸੀ ਉਹ ਕਿ ਬਹੁਤ ਅਨਰਿਸਟ੍ਰਿਕਟਡ ਸੀ। ਆਫਟਰ ਇਕਨੋਮਿਕ ਰੀਫੋਰਮ ਜਿਹੜਾ ਇੰਡੀਆ ਦਾ ਡਿਫਰੈਂਟ ਕੰਟਰੀਜ਼ ਦੇ ਨਾਲ ਟਰੇਡ ਇਨਕਰੀਜ਼ ਹੋਇਆ, ਇਸ ਦੇ ਨਾਲ ਕੈਪੀਟਲ ਐਂਡ ਟੈਕਨੋਲੋਜੀ ਵਿਲ ਫਲੋ ਫਰੋਮ ਦਾ ਡੈਵਲਪਡ ਕੰਟਰੀ ਆਫ ਦਾ ਵਰਲਡ ਟੂਵਰਡ ਇੰਡੀਆ। ਆਫਟਰ ਗਲੋਬਲਾਈਜੇਸ਼ਨ, ਜਿਸ ਕਾਰਨ ਕੈਪੀਟਲ ਅਤੇ ਟੈਕਨੋਲੋਜੀ ਜਿਹੜੀਆਂ ਡੈਵਲਪ ਕੰਟਰੀਜ਼ ਸੀਗੀਆਂ ਉਹਨਾਂ ਦਾ ਇੰਡੀਆ ਦੇ ਵੱਲ ਕੀ ਇਨਫਲੋ ਜ਼ਿਆਦਾ ਇਨਕਰੀਜ਼ ਹੋ ਗਿਆ ਕਿ ਇੰਡੀਆ ਉਹਨਾਂ ਤੋਂ ਕੈਪੀਟਲ ਅਤੇ ਟੈਕਨੋਲੋਜੀ ਨੂੰ ਇੰਪੋਰਟ ਕਰਨ ਲੱਗੀ। ਇਸ ਤਰ੍ਹਾਂ ਗਲੋਬਲਾਈਜੇਸ਼ਨ ਦਾ ਇੱਕ ਅਲਟੀਮੇਟ ਏਮ ਇਹ ਸੀ ਕਿ ਡਿਫਰੈਂਟ ਇਕੋਨਮੀਜ਼, ਵਰਲਡ ਦੀਆਂ ਡਿਫਰੈਂਟ ਇਕੋਨਮੀਜ਼ ਨੂੰ ਇੱਕ ਦੂਸਰੇ ਦੇ ਕਲੋਜ਼ ਕਰਨਾ ਸੀ। ਨੈਕਸਟ ਇਜ਼ measures adopt for globalization of Indian economy. First is increase in foreign investment. Under economic reforms, limit of foreign capital investment has been raised. ਇੱਕ ਨਿਊ ਇਕਨੋਮਿਕ ਰੀਫੋਰਮਸ ਤੋਂ ਪਹਿਲਾਂ ਜਿਹੜੀ ਫੋਰਨ ਇਨਵੈਸਟਮੈਂਟ ਦੀ ਸੀ ਉਹਦੀ ਲਿਮਿਟ ਇੱਕ ਫਿਕਸਡ ਕੀਤੀ ਜਾਂਦੀ ਸੀ, ਬਟ ਆਫਟਰ ਇਕਨੋਮਿਕ ਰੀਫੋਰਮਸ ਤੋਂ ਬਾਅਦ ਜਿਹੜੀ ਫੋਰਨ ਕੈਪੀਟਲ ਇਨਵੈਸਟਮੈਂਟ ਦੀ ਜਿਹੜੀ ਇੱਕ ਲਿਮਿਟ ਫਿਕਸਡ ਕੀਤੀ ਗਈ ਸੀ ਉਸ ਨੂੰ ਇਨਕਰੀਜ਼ ਕਰ ਦਿੱਤਾ ਗਿਆ। ਨੈਕਸਟ ਇਜ਼ ਪਾਰਸ਼ੀਅਲ ਕਨਵਰਟੀਬਿਲਿਟੀ ਆਫ ਇੰਡੀਅਨ ਰੁਪੀਜ਼। ਗਲੋਬਲਾਈਜੇਸ਼ਨ ਦੇ ਓਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਜਿਹੜੀ ਇੰਡੀਅਨ ਗਵਰਨਮੈਂਟ ਨੇ ਪਾਰਸ਼ੀਅਲ ਕਨਵਰਟੀਬਿਲਿਟੀ ਆਫ ਰੁਪੀ ਨੂੰ ਅਲਾਉਡ ਕਰ ਦਿੱਤਾ। ਪਾਰਸ਼ੀਅਲ ਕਨਵਰਟੀਬਿਲਿਟੀ ਮੀਨਸ ਟੂ ਬਾਈ ਔਰ ਸੈਲ ਫੋਰਨ ਕਰੰਸੀ ਨੂੰ ਬਾਈ ਕਰਨਾ ਅਤੇ ਸੈਲ ਕਰਨਾ, ਲਾਈਕ ਡਾਲਰ ਔਰ ਪਾਊਂਡ ਸਟਰਲਿੰਗ ਫॉर ਫੋਰਨ ਟ੍ਰਾਂਜੈਕਸ਼ਨ ਐਟ ਏ ਪ੍ਰਾਈਸ ਡਿਟਰਮਿਨਡ ਬਾਈ ਦੀ ਮਾਰਕੀਟ। ਨੈਕਸਟ ਇਜ਼ ਲਿਬਰਲ ਫੋਰਨ ਟਰੇਡ ਪੋਲਿਸੀ। ਇਕਨੋਮਿਕ ਰੀਫੋਰਮਸ ਤੋਂ ਪਹਿਲਾਂ ਜਿਹੜੀ ਫੋਰਨ ਟਰੇਡ ਪੋਲਿਸੀ ਉਸ ਦੇ ਉੱਪਰ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਸੀ, ਬਹੁਤ ਜ਼ਿਆਦਾ ਟੈਕਸਿਸ ਲਗਾਏ ਜਾਂਦੇ ਸੀ, ਬਟ ਆਫਟਰ ਨਿਊ ਇਕਨੋਮਿਕ ਰੀਫੋਰਮਸ ਜਿਹੜੀ ਫੋਰਨ ਟਰੇਡ ਪੋਲਿਸੀ ਨੂੰ ਬਹੁਤ ਜ਼ਿਆਦਾ ਲਿਬਰਲ ਕਰ ਦਿੱਤਾ ਗਿਆ। India's present foreign trade policy 2015 and 20 is a liberal policy. Under this policy ਬਹੁਤ ਸਾਰੇ restrictions ਤੇ ਕੰਟਰੋਲ ਜਿਹੜੇ ਫੋਰਨ ਟਰੇਡ ਪੋਲਿਸੀ ਉੱਪਰ ਲਗਾਏ ਗਏ ਸੀ ਉਸਨੂੰ ਰਿਮੂਵਡ ਕਰ ਦਿੱਤਾ ਗਿਆ। ਹੁਣ ਕੁਝ ਸਪੈਸੀਫਿਕ ਗੁੱਡਸ ਨੂੰ ਛੱਡ ਕੇ ਕੋਈ ਵੀ ਫਰਮ ਜਾਂ ਕੰਟਰੀ ਕਿਸੇ ਵੀ ਪ੍ਰੋਡਕਟ ਦਾ ਇੰਪੋਰਟ ਅਤੇ ਐਕਸਪੋਰਟਸ ਕਰ ਸਕਦੀ ਸੀ। ਨੈਕਸਟ ਇਜ਼ ਰਿਡਕਸ਼ਨ ਇਨ ਟੈਰਿਫ। ਨਿਊ ਇਕਨੋਮਿਕ ਰੀਫੋਰਮਸ ਤੋਂ ਬਾਅਦ ਜਿਹੜੇ ਟੈਰਿਫ ਰੇਟਸ ਬਹੁਤ ਜ਼ਿਆਦਾ ਸੀ, ਲਾਈਕ ਕਸਟਮ ਡਿਊਟੀਜ਼, ਟੈਰਿਫ ਇੰਪੋਜ਼ਡ ਬਹੁਤ ਜ਼ਿਆਦਾ ਸੀ, ਬਾਅਦ ਵਿੱਚ ਹੌਲੀ ਹੌਲੀ ਉਹਨਾਂ ਨੂੰ ਘੱਟ ਕੀਤਾ ਗਿਆ ਨਿਊ ਇਕਨੋਮਿਕ ਰੀਫੋਰਮਸ ਤੋਂ ਬਾਅਦ, ਤਾਂ ਜੋ ਫੋਰਨ ਟਰੇਡ ਨੂੰ ਇਨਕਰੀਜ਼ ਕੀਤਾ ਜਾ ਸਕੇ, ਇੰਪਰੂਵ ਕੀਤਾ ਜਾ ਸਕੇ। ਨੈਕਸਟ ਇਜ਼ ਐਕਸਪੋਰਟ ਪ੍ਰੋਮੋਸ਼ਨ। Several measures have been taken to meet the deficit of balance of payment. Balance of payment ਨੂੰ ਠੀਕ ਕਰਨ ਦੇ ਲਈ ਬਹੁਤ ਸਾਰੇ measures ਅਡੋਪਟ ਕੀਤੇ ਗਏ, ਇਸ ਲਈ ਕਿ ਇੱਕ ਮੇਜਰ ਸੀ ਜਿਹੜਾ ਕਿਸੇ ਐਕਸਪੋਰਟਸ ਨੂੰ ਪ੍ਰਮੋਟ ਕਰਨਾ, ਇਸ ਲਈ ਕਿ ਇਹ ਸਪੈਸ਼ਲ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਸੀਗੀਆਂ ਡੋਮੈਸਟਿਕ ਪ੍ਰੋਡਿਊਸਰਸ ਨੂੰ, ਤਾਂ ਕਿ ਉਹ ਆਪਣੇ ਪ੍ਰੋਡਕਸ਼ਨ ਇਨਕਰੀਜ਼ ਕਰ ਸਕਣ, ਤਾਂ ਜੋ ਉਸਨੂੰ ਐਕਸਪੋਰਟ ਕੀਤਾ ਜਾ ਸਕੇ ਫੋਰਨ ਕੰਟਰੀਜ਼ ਨੂੰ। ਨੈਕਸਟ ਇਜ਼ ਫਰੀਡਮ ਟੂ ਰੈਪਰੀਟੀਏਟ। फ्रीडम टू रिपेट्रिएट मतलब बिफोर न्यू इकनॉमिक पॉलिसी फॉरेन इन्वेस्टमेंट वाज अलाउड इन इंडिया on non repatriation basis.
ਰੀਪੈਟਰੀਏਸ਼ਨ मतलब ਨੋਨ ਰੀਪੈਟਰੀਏਸ਼ਨ मतलब ਕਿ ਪਹਿਲਾਂ ਜਿਹੜਾ ਫੋਰਨ ਇਨਵੈਸਟਮੈਂਟ ਕੀਤਾ ਜਾਂਦਾ ਸੀ ਉਹਨਾਂ ਨੂੰ ਇਸ ਬੇਸਿਸ 'ਤੇ ਕੀਤਾ ਜਾਂਦਾ ਸੀ ਕਿ ਉਹ ਜਿਹੜਾ ਫੋਰਨ ਇਨਵੈਸਟਮੈਂਟ ਕਰਦੇ ਆ ਉਸ ਦੇ ਕਾਰਨ ਜਿਹੜੀ ਉਹਨਾਂ ਨੂੰ ਇਨਕਮ ਹੁੰਦੀ ਆ ਉਹ ਆਪਣੀ ਕੰਟਰੀ ਵਿੱਚ ਵਿਦਆਊਟ ਅਪਰੂਵਲ ਆਫ ਆਰ ਬੀ ਆਈ ਦੀ ਅਪਰੂਵਲ ਤੋਂ ਬਿਨਾਂ ਉਸਨੂੰ ਬੈਕ ਆਪਣੀ ਕੰਟਰੀ ਵਿੱਚ ਲੈ ਕੇ ਨਹੀਂ ਜਾ ਸਕਦੇ। ਬਾਅਦ ਵਿੱਚ ਇਸ ਰੀਪੈਟਰੀਏਟ ਤੋਂ ਵਿੱਚ ਫਰੀडम ਦੇ ਦਿੱਤੀ ਗਈ ਫੋਰਨ ਇਨਵੈਸਟਰਸ ਨੂੰ। ਦੈਟ ਮੀਨਸ ਫਰੀडम ਟੂ ਰੀਪੈਟਰੀਏਟ ਮਤਲਬ ਕਿ ਪਹਿਲਾਂ ਜਿਹੜੇ ਫੋਰਨ ਇਨਵੈਸਟ ਕਰਦੇ ਸੀ ਉਹਨਾਂ ਤੋਂ ਜਿਹੜੀ ਇਨਕਮ ਹੁੰਦੀ ਸੀ ਉਹ ਆਰ.ਬੀ.ਆਈ ਦੀ ਅਪਰੂਵਲ ਤੋਂ ਬਿਨਾਂ ਇਨਕਮ ਆਪਣੀ ਕੰਟਰੀਜ਼ ਵਿੱਚ ਵਾਪਸ ਨਹੀਂ ਲੈ ਕੇ ਜਾ ਸਕਦੀ ਸੀ। ਆਫਟਰ ਇਕਨੋਮਿਕ ਰੀਫਾਰਮ ਇਸ ਰੀਪੈਟਰੀਏਟ ਦੇ ਵਿੱਚ ਉਹਨਾਂ ਨੂੰ ਫਰੀडम ਦੇ ਦਿੱਤੀ ਗਈ। ਨੈਕਸਟ ਇਜ਼ ਅਫੈਕਟ ਆਫ ਗਲੋਬਲਾਈਜੇਸ਼ਨ ਔਨ ਇੰਡੀਅਨ ਇਕੋਨਮੀ। ਗਲੋਬਲਾਈਜੇਸ਼ਨ ਦੇ ਇਕੋਨਮੀ ਉੱਤੇ ਬਹੁਤ ਸਾਰੇ ਪੋਜ਼ੀਟਿਵ ਐਂਡ ਨੈਗੇਟਿਵ ਇਫੈਕਟ ਵੀ ਪਏ। ਫਸਟ ਵੀ ਡਿਸਕਸ ਪੋਜ਼ੀਟਿਵ ਇਫੈਕਟ ਆਫ ਗਲੋਬਲਾਈਜੇਸ਼ਨ। ਫਸਟ ਪੁਆਇੰਟ ਇਜ਼ ਇਨਕਰੀਜ਼ ਇਨ ਫੋਰਨ ਟ੍ਰੇਡ। ਗਲੋਬਲਾਈਜੇਸ਼ਨ ਦੇ ਕਾਰਨ ਇੰਡੀਆ ਦਾ ਜਿਹੜਾ ਫੋਰਨ ਟ੍ਰੇਡ ਸੀ ਆਫਟਰ ਇਕਨੋਮਿਕ ਰੀਫਾਰਮਸ ਉਸ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਆਇਆ। ਲਾਈਕ 19 ਦੇ ਵਿੱਚ ਜਿਹੜਾ ਇੰਡੀਆ ਦਾ ਪਰਸੈਂਟੇਜ ਵਰਲਡ ਸ਼ੇਅਰ ਜਿਹੜਾ ਸੀਗਾ 0.5.3 ਸੀ ਐਂਡ ਉਸ ਤੋਂ ਬਾਅਦ 2017 ਅਤੇ 18 ਦੇ ਵਿੱਚ ਇਨਕਰੀਜ਼ ਹੋ ਕੇ 2.34 ਹੋ ਗਿਆ। ਨੈਕਸਟ ਇਜ਼ ਇਨਕਰੀਜ਼ ਇਨ ਫੋਰਨ ਇਨਵੈਸਟਮੈਂਟ। ਗਲੋਬਲਾਈਜੇਸ਼ਨ ਦੇ ਕਾਰਨ ਇੰਡੀਆ ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋਇਆ। ਫੋਰਨ ਡਾਇਰੈਕਟ ਇਨਵੈਸਟਮੈਂਟ ਇਜ਼ ਮੇਡ ਬਾਏ ਫੋਰਨ ਕੰਪਨੀਜ਼। ਫੋਰਨ ਡਾਇਰੈਕਟ ਇਨਵੈਸਟਮੈਂਟ ਕੀ ਹੁੰਦਾ ਕਿ ਜਿਹੜੀਆਂ ਫੋਰਨ ਕੰਪਨੀਜ਼ ਕਰਦੀਆਂ ਆ ਕਿਸੇ ਦੂਸਰੀ ਕੰਟਰੀਜ਼ ਦੇ ਵਿੱਚ ਆਪਣੀ ਕੰਪਨੀ ਸਟਾਰਟ ਕਰਨ ਦੇ ਲਈ, ਠੀਕ ਆ, ਜਾਂ ਫਿਰ ਕਿਸੇ ਦੂਸਰੀ ਕੰਟਰੀਜ਼ ਦੇ ਵਿੱਚ ਜਾ ਕੇ ਕਿਸੇ ਕੰਪਨੀ ਦੇ ਸ਼ੇਅਰਸ ਨੂੰ ਪਰਚੇਜ਼ ਕਰਦੀਆਂ। The main characteristics of foreign direct investment is that native companies are managed by the foreign companies or new companies are set up in India by foreign companies. After economic reforms ਤੇ globalization ਤੋਂ ਬਾਅਦ ਜਿਹੜਾ foreign direct investment ਸੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਕਰ ਗਿਆ। Next is increase in foreign collaboration. ਗਲੋਬਲਾਈਜੇਸ਼ਨ ਦੇ ਕਾਰਨ ਫੋਰਨ ਕੰਪਨੀਜ਼ ਅਤੇ ਇੰਡੀਅਨ ਕੰਪਨੀਜ਼ ਦੇ ਵਿੱਚ ਕੋਲੈਬੋਰੇਸ਼ਨ ਵੀ ਪ੍ਰਮੋਟ ਹੋਇਆ। ਥੀਸ ਕੋਲੈਬੋਰੇਸ਼ਨ ਐਗਰੀਮੈਂਟਸ ਕੈਨ ਵੀ ਟੈਕਨੀਕਲ ਕੋਲੈਬੋਰੇਸ਼ਨ ਹੋ ਸਕਦਾ ਸੀ, ਫਾਈਨੈਂਸ਼ੀਅਲ ਕੋਲੈਬੋਰੇਸ਼ਨ ਔਰ ਬਹੁਤ ਦੋਨੋਂ ਤਰ੍ਹਾਂ ਦੇ ਵੀ ਹੋ ਸਕਦੇ ਸੀ। ਫਾਈਨੈਂਸ਼ੀਅਲ ਕੋਲੈਬੋਰੇਸ਼ਨ ਦੇ ਵਿੱਚ ਜਿਹੜੀ ਫੋਰਨ ਕੰਪਨੀਜ਼ ਦੀ ਸੀ ਉਹ ਫਾਈਨੈਂਸ਼ੀਅਲ ਰਿਸੋਰਸ ਪ੍ਰੋਵਾਈਡ ਕਰਦੀ ਸੀ ਐਂਡ ਟੈਕਨੀਕਲ ਕੋਲੈਬੋਰੇਸ਼ਨ ਦੇ ਵਿੱਚ ਉਹ ਨਿਊ ਟੈਕਨੋਲੋਜੀ ਪ੍ਰੋਵਾਈਡ ਕਰਦੀ ਸੀ। Foreign companies are setting up many enterprises in India in collaboration with Indian companies. That means ਕਿ foreign companies ਨੇ Indian companies ਦੇ collaboration ਦੇ ਨਾਲ ਬਹੁਤ ਸਾਰੀ enterprises ਨੂੰ ਇੰਡੀਆ ਦੇ ਵਿੱਚ ਸੈਟਅਪ ਕੀਤਾ ਸੀ। Next is increase in foreign exchange reserve. As a result of globalization, ਗਲੋਬਲਾਈਜੇਸ਼ਨ ਦੇ ਕਾਰਨ ਜਿਹੜਾ ਇੰਡੀਆ ਦਾ ਫੋਰਨ ਟ੍ਰੇਡ ਵੀ ਇਨਕਰੀਜ਼ ਹੋਇਆ। ਫੋਰਨ ਟ੍ਰੇਡ ਦੇ ਇਨਕਰੀਜ਼ ਹੋਣ ਕਾਰਨ ਇੰਡੀਆ ਦਾ ਐਕਸਪੋਰਟ ਵੀ ਇਨਕਰੀਜ਼ ਹੋਇਆ, ਜਿਸ ਕਾਰਨ ਇੰਡੀਆ ਦੇ ਵਿੱਚ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਸੀ ਉਹ ਵੀ ਸਬਸਟੈਂਸ਼ੀਅਲੀ ਇਨਕਰੀਜ਼ ਹੋਣ ਲੱਗੇ। ਨੈਕਸਟ ਇਜ਼ ਐਕਸਪੈਂਸ਼ਨ ਆਫ ਮਾਰਕੀਟ। ਗਲੋਬਲਾਈਜੇਸ਼ਨ ਹੈਜ਼ ਐਕਸਪੈਂਡਡ ਦਾ ਸਾਈਜ਼ ਆਫ ਮਾਰਕੀਟ। ਦੈਟ ਮੀਨਸ ਕਿ ਗਲੋਬਲਾਈਜੇਸ਼ਨ ਦੇ ਕਾਰਨ ਮਾਰਕੀਟ ਦਾ ਸਾਈਜ਼ ਵੀ ਐਕਸਪੈਂਡ ਹੋਇਆ। ਬਿਕੋਜ਼ ਪਹਿਲਾਂ ਇੰਡੀਆ ਸਿਰਫ ਕੁਝ ਕੰਟਰੀਜ਼ ਦੇ ਨਾਲ ਹੀ ਆਪਣਾ ਟ੍ਰੇਡ ਕਰਦੀ ਸੀ, ਬਟ ਆਫਟਰ ਗਲੋਬਲਾਈਜੇਸ਼ਨ ਇੰਡੀਆ ਬਹੁਤ ਸਾਰੀ ਕੰਟਰੀਜ਼ ਦੇ ਨਾਲ ਐਕਸਪੋਰਟ ਇੰਪੋਰਟਸ ਕਰਨ ਲੱਗੀ, ਜਿਸ ਦੇ ਕਾਰਨ ਜਿਹੜਾ ਇੰਡੀਆ ਦਾ ਜਿਹੜਾ ਐਕਸਪੈਂਸ਼ਨ ਆਫ ਮਾਰਕੀਟਸ ਵੀ ਐਕਸਪੈਂਡ ਹੋਈ। ਲਾਈਕ ਬਹੁਤ ਸਾਰੀਆਂ ਇੰਡੀਅਨ ਕੰਪਨੀਜ਼ ਆ, ਟਾਟਾ ਕੰਸਲਟੈਂਸੀ, ਵਿਪਰੋ, ਟਾਟਾ ਸਟੀਲ, ਰਿਲਾਇੰਸ ਐਕਸੈਕਟਰਾ, ਇਹਨਾਂ ਨੇ ਜਿਹੜੇ ਬਿਜ਼ਨਸ ਯੂਨਿਟਸ ਨੂੰ ਦੂਸਰੇ ਕੰਟਰੀਜ਼ ਦੇ ਵਿੱਚ ਵੀ ਸੈਟਅਪ ਕੀਤਾ ਹੈ ਵਰਲਡ ਦੇ ਵਿੱਚ। ਨੈਕਸਟ ਇਜ਼ ਟੈਕਨੋਲੋਜੀਕਲ ਡਿਵੈਲਪਮੈਂਟ। ਆਫਟਰ ਇਕਨੋਮਿਕ ਰੀਫਾਰਮ ਗਲੋਬਲਾਈਜੇਸ਼ਨ ਦੇ ਕਾਰਨ ਜਿਹੜੀ ਫੋਰਨ ਟੈਕਨੋਲੋਜੀ ਦਾ ਇਨਫਲੋ ਆ ਉਹ ਵੀ ਇਨਕਰੀਜ਼ ਹੋਇਆ ਇੰਡੀਆ ਦੇ ਵੱਲ, ਜਿਸ ਕਾਰਨ ਜਿਹੜੇ ਆ ਇੰਡੀਆ ਦੇ ਜਿਹੜੇ ਬਿਜ਼ਨਸ ਯੂਨਿਟਸ ਆ ਉਹ ਮਾਡਰਨ ਟੈਕਨੋਲੋਜੀ ਨੂੰ ਯੂਜ਼ ਕਰਨਾ ਸਟਾਰਟ ਕਰ ਦਿੱਤਾ ਉਹਨਾਂ ਨੇ। ਨੈਕਸਟ ਇਜ਼ ਬ੍ਰਾਂਡ ਡਿਵੈਲਪਮੈਂਟ। ਗਲੋਬਲਾਈਜੇਸ਼ਨ ਦੇ ਕਾਰਨ ਜਿਹੜੀ ਆ ਬ੍ਰਾਂਡਡ ਗੁੱਡਸ ਸੀਗੀਆਂ ਉਹ ਵੀ ਬਹੁਤ ਜ਼ਿਆਦਾ ਪ੍ਰਮੋਟਡ ਹੋ ਗਈਆਂ। ਸਿਰਫ ਡਿਊਰੇਬਲ ਗੁੱਡਸ ਸੀ ਉਹਨਾਂ ਨੂੰ ਬ੍ਰਾਂਡਡ ਵਿੱਚ ਯੂਜ਼ ਨਹੀਂ ਕੀਤਾ ਜਾਂਦਾ। ਇੰਸਟੈਡ ਆਫ ਪ੍ਰੋਡਕਟਸ ਲਾਈਕ ਗਾਰਮੈਂਟਸ, ਜੂਸਸ ਹੋ ਗਏ, ਸਨੈਕਸ, ਫੂਡ ਗ੍ਰੇਨਸ ਹੋ ਗਿਆ, ਉਹਨਾਂ ਨੂੰ ਵੀ ਅੱਜ ਕੱਲ੍ਹ ਇੰਡੀਆ ਦੇ ਵਿੱਚ ਲੋਕ ਬ੍ਰਾਂਡਡ ਉਹਨਾਂ ਦਾ ਡਿਮਾਂਡ ਕਰਦੇ ਆ। ਬ੍ਰਾਂਡਡ ਗੁੱਡਸ ਸੀ ਜਿਹੜੇ ਫੋਰਨ ਬ੍ਰਾਂਡਸ ਆ ਉਹਨਾਂ ਦੀ ਇੰਡੀਅਨ ਕੰਜ਼ਿਊਮਰ ਬਹੁਤ ਜ਼ਿਆਦਾ ਫੋਰਨ ਬ੍ਰਾਂਡਸ ਬਹੁਤ ਜ਼ਿਆਦਾ ਪੋਪੂਲਰ ਆ ਇੰਡੀਅਨ ਕੰਜ਼ਿਊਮਰਸ ਦੇ ਵਿੱਚ। ਨੈਕਸਟ ਇਜ਼ ਡਿਵੈਲਪਮੈਂਟ ਆਫ ਕੈਪੀਟਲ ਮਾਰਕੀਟ।
ਗਲੋਬਲਾਈਜੇਸ਼ਨ ਦੇ ਕਾਰਨ ਇੰਡੀਅਨ ਕੈਪੀਟਲ ਮਾਰਕੀਟ ਦੀ ਵੀ ਡਿਵੈਲਪਮੈਂਟ ਵਿੱਚ ਹੈਲਪ ਹੁੰਦੀ ਆ, ਕਿਉਂਕਿ ਨਾਓ ਬਹੁਤ ਸਾਰੇ ਫੋਰਨ ਇਨਵੈਸਟਰ ਆ ਜਿਹੜੇ ਇੰਡੀਅਨ ਕੈਪੀਟਲ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਆ। ਨੈਕਸਟ ਇਜ਼ ਡਿਵੈਲਪਮੈਂਟ ਆਫ ਸਰਵਿਸ ਸੈਕਟਰ। ਗਲੋਬਲਾਈਜੇਸ਼ਨ ਦੇ ਕਾਰਨ ਜਿਹੜਾ ਸਰਵਿਸ ਸੈਕਟਰ ਆ, ਸਰਵਿਸ ਸੈਕਟਰ ਦੇ ਵਿੱਚ ਲਾਈਕ ਐਂਟਰੀਜ਼ ਹੁੰਦੀਆਂ ਫੋਰਨ ਕੰਪਨੀਜ਼ ਦੀਆਂ, ਠੀਕ ਆ, ਉਸ ਦੇ ਕਾਰਨ ਜਿਹੜਾ ਕਿ ਸਰਵਿਸ ਸੈਕਟਰ ਦੀ ਗਰੋਥ ਰੇਟ ਇਨਕਰੀਜ਼ ਕਰਦੀ ਆ। ਸਰਵਿਸ ਸੈਕਟਰ ਦੇ ਵਿੱਚ ਫੋਰਨ ਕੰਪਨੀਜ਼ ਦੇ ਐਂਟਰ ਹੋਣ ਦੇ ਨਾਲ ਉਹਨਾਂ ਦੇ ਵਿੱਚ ਟ੍ਰੀਮੈਂਡਸ ਇੰਪਰੂਵਮੈਂਟ ਹੁੰਦਾ ਆ, ਲਾਈਕ ਵੇਰੀਅਸ ਸਰਵਿਸਿਜ਼ ਆ ਲਾਈਕ ਟੈਲੀ ਕਮਿਊਨੀਕੇਸ਼ਨ, ਇੰਸ਼ੋਰੈਂਸ, ਬੈਂਕਿੰਗ ਐਕਸੈਕਟਰਾ, ਜਿਸ ਕਾਰਨ ਜਿਹੜੇ ਮੋਬਾਈਲ ਫੋਨਸ ਆ ਉਹ ਬਹੁਤ ਹੀ ਚੀਪ ਅਤੇ ਪੋਪੂਲਰ ਹੋ ਗਏ ਨੇ ਇੰਡੀਆ ਵਿੱਚ। ਗਲੋਬਲਾਈਜੇਸ਼ਨ ਦੇ ਕਾਰਨ ਜਿਹੜੀ ਐਮਪਲੋਇਮੈਂਟ ਓਪਰਚੁਨਿਟੀਜ਼ ਵੀ ਇਨਕਰੀਜ਼ ਹੁੰਦੀਆਂ, ਕਿਉਂਕਿ ਜਦੋਂ ਫੋਰਨ ਕੰਪਨੀਜ਼ ਆਪਣੇ ਪ੍ਰੋਡਕਟ ਨੂੰ ਐਸਟੈਬਲਿਸ਼ ਕਰਦੀਆਂ ਆ ਇੰਡੀਆ ਦੇ ਵਿੱਚ, ਉਸ ਦੇ ਨਾਲ ਕੀ ਹੁੰਦਾ ਐਮਪਲੋਇਮੈਂਟ ਓਪਰਚੁਨਿਟੀਜ਼ ਇਨਕਰੀਜ਼ ਕਰਦੀਆਂ। For example, many Indians are presently employed in foreign insurance companies and mobile insurance, etc. Next is reduction in brain drain. As a result of globalization, many multinational corporations have set up their business units in India. These multinational corporations provide attractive salary package and good working condition to efficient, skilled Indian engineers, managers, professional, etc. ਜਿਸ ਕਾਰਨ ਪਹਿਲਾਂ ਕਿ ਜਿਹੜੇ ਇੰਡੀਅਨ ਸੀ ਆਪਣੇ ਫੋਰ ਵਰਕ ਓਪਰਚੁਨਿਟੀ ਦੇ ਲਈ ਫੋਰਨਸ ਵੱਲ ਮੂਵ ਕਰਦੇ ਸੀ, ਬਟ ਆਫਟਰ ਗਲੋਬਲਾਈਜੇਸ਼ਨ ਜਦੋਂ MNC ਕੰਪਨੀਜ਼ ਇੰਡੀਆ ਦੇ ਵਿੱਚ ਸੈਟਅਪ ਹੋਈਆਂ, ਉਹ ਕਿ ਵਧੀਆ ਕੰਡੀਸ਼ਨਸ ਆਫ ਐਫੀਸ਼ੀਐਂਟ ਸਕਿਲਡ ਜਿਹੜੇ ਮੈਨੇਜਰ ਸੀਗੇ ਉਹਨਾਂ ਨੂੰ ਵਧੀਆ ਸੈਲਰੀ ਪੈਕੇਜ ਪ੍ਰੋਵਾਈਡ ਕਰਦੇ ਸੀ ਐਂਡ ਗੁੱਡ ਵਰਕਿੰਗ ਕੰਡੀਸ਼ਨ, ਜਿਸ ਕਾਰਨ ਜਿਹੜੇ ਇੰਡੀਅਨਸ ਨੂੰ ਇੰਡੀਆ ਦੇ ਵਿੱਚ ਹੀ ਐਮਪਲੋਇਮੈਂਟ ਓਪਰਚੁਨਿਟੀਜ਼ ਪ੍ਰੋਵਾਈਡ ਹੋਣ ਲੱਗੀਆਂ, ਜਿਸ ਕਾਰਨ ਜਿਹੜੀ ਬ੍ਰੇਨ ਡਰੇਨ ਦੀ ਪ੍ਰੋਬਲਮ ਸੀ ਉਸ ਵਿੱਚ ਰਿਡਕਸ਼ਨ ਆਉਣਾ ਸਟਾਰਟ ਹੋ ਗਿਆ। ਨੈਕਸਟ ਇਜ਼ ਇੰਪਰੂਵਮੈਂਟ ਇਨ ਸਟੈਂਡਰਡ ਆਫ ਲਿਵਿੰਗ। ਐਜ਼ ਅ ਰਿਜ਼ਲਟ ਆਫ ਗਲੋਬਲਾਈਜੇਸ਼ਨ ਜਿਹੜੇ ਇੰਡੀਆ ਦੀ ਪੋਪੂਲੇਸ਼ਨ ਦਾ ਸਟੈਂਡਰਡ ਆਫ ਲਿਵਿੰਗ ਸੀ ਉਹ ਵੀ ਇੰਪਰੂਵਡ ਹੋ ਗਿਆ, ਕਿਉਂਕਿ ਹੁਣ ਜਿਹੜੇ ਇੰਡੀਅਨਸ ਨੂੰ ਉਹਨਾਂ ਨੂੰ ਬੈਟਰ ਕੁਆਲਿਟੀ ਜਿਹੜਾ ਗੁੱਡਸ ਹੁੰਦੀਆਂ ਸੀ ਉਹ ਲੋ ਪ੍ਰਾਈਸਿਸ ਦੇ ਉੱਪਰ ਮਿਲਣ ਲੱਗੀਆਂ। ਗਲੋਬਲਾਈਜੇਸ਼ਨ ਦੇ ਕਾਰਨ ਬਹੁਤ ਸਾਰੇ ਪ੍ਰੋਡਕਟ ਸੀ ਜਿਨ੍ਹਾਂ ਦੀ ਪ੍ਰਾਈਸਿਸ ਵਿੱਚ ਰਿਡਕਸ਼ਨ ਆਉਣਾ ਸਟਾਰਟ ਹੋ ਗਿਆ, ਲਾਈਕ ਇਲੈਕਟ੍ਰੋਨਿਕ ਆਈਟਮਸ ਹੋ ਗਏ, ਲਾਈਕ ਟੈਲੀਵਿਜ਼ਨ, AC, ਮੋਬਾਈਲ ਫੋਨ, ਰੈਫਰੀਜਰੇਟਰ ਐਕਸੈਕਟਰਾ। ਨਾਓ ਜਿਹੜੇ ਮਿਡਲ ਇਨਕਮ ਗਰੁੱਪ ਸੀਗੇ ਉਹ ਵੀ ਲਗਜ਼ਰੀ ਪ੍ਰੋਡਕਟਸ ਨੂੰ ਯੂਜ਼ ਕਰਨਾ ਸਟਾਰਟ ਕਰ ਦਿੱਤਾ, ਜਿਹੜੇ ਕਿ ਪਹਿਲਾਂ ਸਿਰਫ ਰਿਚ ਕਲਾਸ ਹੀ ਯੂਜ਼ ਕਰਦੇ ਸੀ। ਆਫਟਰ ਗਲੋਬਲਾਈਜੇਸ਼ਨ ਜਿਹੜੇ ਮਿਡਲ ਇਨਕਮ ਗਰੁੱਪ ਸੀ ਉਹਨਾਂ ਨੇ ਵੀ ਲਗਜ਼ਰੀ ਪ੍ਰੋਡਕਟਸ ਨੂੰ ਯੂਜ਼ ਕਰਨਾ ਸਟਾਰਟ ਕਰ ਦਿੱਤਾ। ਨੈਕਸਟ ਇਜ਼ negative effect of globalization. First is loss to domestic industries. ਗਲੋਬਲਾਈਜੇਸ਼ਨ ਦੇ ਕਾਰਨ ਜਿਹੜਾ ਫੋਰਨ ਕੰਪੀਟੀਸ਼ਨ ਸੀ ਉਹ ਇਨਕਰੀਜ਼ ਕਰ ਗਿਆ ਇੰਡੀਆ ਦੇ ਵਿੱਚ। ਜਿਹੜੀਆਂ ਫੋਰਨ ਕੰਪਨੀ ਸੀਗੀਆਂ ਉਹ ਬਹੁਤ ਜ਼ਿਆਦਾ ਵਧੀਆ ਟੈਕਨੋਲੋਜੀ ਵਾਲੀ ਮਸ਼ੀਨਰੀਜ਼ ਨੂੰ, ਨਿਊ ਇੰਪਰੂਵਡ ਟੈਕਨੋਲੋਜੀ ਨੂੰ ਯੂਜ਼ ਕਰਦੀਆਂ ਸੀ, ਜਿਸ ਕਾਰਨ ਉਹਨਾਂ ਦੀ ਬੈਟਰ ਕੁਆਲਿਟੀ ਹੁੰਦੀ ਸੀ, ਉਹਨਾਂ ਦੀ ਕੋਸਟ ਵੀ ਫੋਰਨ ਗੁੱਡਸ ਦੀ ਕੋਸਟ ਘੱਟ ਹੁੰਦੀ ਐਜ਼ ਕੰਪੇਅਰ ਟੂ ਇੰਡੀਅਨ ਇੰਡਸਟਰੀਜ਼, ਜਿਸ ਕਾਰਨ ਜਿਹੜਾ ਇੰਡੀਅਨ ਇੰਡਸਟਰੀਜ਼ ਨੂੰ ਕੰਪੀਟੀਸ਼ਨ ਫੇਸ ਕਰਨਾ ਪੈਂਦਾ ਸੀ, ਜਿਸ ਕਾਰਨ ਬਹੁਤ ਸਾਰੀਆਂ ਇੰਡੀਅਨ ਅਤੇ ਸਮੋਲ ਸਕੇਲ ਜਿਹੜੀ ਇੰਡਸਟਰੀ ਸੀ ਉਹ ਉਹਨਾਂ ਨੂੰ ਬੰਦ ਕਰਨਾ ਪਿਆ ਡਿਊ ਟੂ ਦਿਸ ਕੰਪੀਟੀਸ਼ਨ। ਨੈਕਸਟ ਇਜ਼ ਅਨਐਮਪਲੋਇਮੈਂਟ। ਆਫਟਰ ਗਲੋਬਲਾਈਜੇਸ਼ਨ ਜਿਹੜੀ ਫੋਰਨ ਕੰਪਨੀਜ਼ ਇੰਡੀਆ ਦੇ ਵਿੱਚ ਓਪਰੇਟ ਕਰਦੀਆਂ ਸੀ ਉਹ ਕੀ ਸੀ, ਕੈਪੀਟਲ ਇੰਟੈਂਸਿਵ ਟੈਕਨੋਲੋਜੀ ਨੂੰ ਯੂਜ਼ ਕਰਦੀਆਂ ਸੀ। ਈਵਨ ਉਸ ਤੋਂ ਇਲਾਵਾ ਕਿ ਕੁਝ ਸੇਮ ਇੰਡੀਅਨ ਕੰਪਨੀਜ਼ ਨੇ ਵੀ ਇੰਪੋਰਟਡ ਕੈਪੀਟਲ ਇੰਟੈਂਸਿਵ ਟੈਕਨੋਲੋਜੀ ਨੂੰ ਯੂਜ਼ ਕਰਨਾ ਸਟਾਰਟ ਕਰ ਦਿੱਤਾ। ਵਿਦ ਦ ਇਨਕਰੀਜ਼ ਆਫ ਯੂਜ਼ ਆਫ ਕੰਪਿਊਟਰਸ ਐਂਡ ਆਟੋਮੈਟਿਕ ਮਸ਼ੀਨਸ ਜਿਹੜੀ ਐਮਪਲੋਇਮੈਂਟ ਸੀ ਉਹ ਆਟੋਮੈਟਿਕਲੀ ਘਟਣਾ ਸਟਾਰਟ ਹੋ ਗਈ। ਦੈਟ ਮੀਨਸ ਕਿ ਅਨਐਮਪਲੋਇਮੈਂਟ ਜ਼ਿਆਦਾ ਵੱਧ ਗਈ। ਨੈਕਸਟ ਇਜ਼ ਐਕਸਪਲੋਇਟੇਸ਼ਨ ਆਫ ਲੇਬਰ। Globalization has resulted in exploitation of unskilled workers who have to accept lower wage, less job security, long working hours. ਗਲੋਬਲਾਈਜੇਸ਼ਨ ਦੇ ਕਾਰਨ ਜਿਹੜੀ ਲੇਬਰ ਦੀ ਐਕਸਪਲੋਇਟੇਸ਼ਨ ਵੀ ਬਹੁਤ ਜ਼ਿਆਦਾ ਵੱਧ ਗਈ, ਬਹੁਤ ਜ਼ਿਆਦਾ ਇਨਕਰੀਜ਼ ਕਰ ਗਈ। ਲੋਕਾਂ ਤੋਂ ਕੰਮ ਜ਼ਿਆਦਾ ਘੰਟੇ ਕਰਾਇਆ ਜਾਂਦਾ ਸੀ, ਬਟ ਉਹਨਾਂ ਨੂੰ ਜਿਹੜੀ ਵੇਜ ਉਹ ਘੱਟ ਦਿੱਤੀ ਜਾਂਦੀ ਸੀ। ਨੈਕਸਟ ਇਜ਼ ਡੈਮੋਨਸਟ੍ਰੇਸ਼ਨ ਇਫੈਕਟ। With the easy availability of foreign goods, demonstration effect has increased among Indians. Globalization ਦੇ ਕਾਰਨ ਇੰਡੀਅਨ ਦੇ ਵਿੱਚ ਜਿਹੜੀ ਡੈਮੋਨਸਟ੍ਰੇਸ਼ਨ ਇਫੈਕਟ ਸੀ ਉਹ ਵੀ ਬਹੁਤ ਜ਼ਿਆਦਾ ਵੱਧ ਗਈ ਸੀ। ਆਫਟਰ ਗਲੋਬਲਾਈਜੇਸ਼ਨ ਬਹੁਤ ਸਾਰੇ ਕੰਜ਼ਿਊਮਰਸ ਨੇ ਇੱਕ ਦੂਸਰੇ ਨੂੰ ਦੇਖ ਕੇ ਮਤਲਬ ਕਿ ਲਗਜ਼ਰੀ ਪ੍ਰੋਡਕਟਸ ਦੀ ਡਿਮਾਂਡ ਕਰਨੀ ਜ਼ਿਆਦਾ ਸਟਾਰਟ ਕਰ ਦਿੱਤੀ, ਜਿਸ ਕਾਰਨ ਜਿਹੜੀ ਵੇਸਟਫੁਲ ਕੰਜ਼ੰਪਸ਼ਨ ਸੀ ਇੰਡੀਆ ਵਿੱਚ ਜ਼ਿਆਦਾ ਪ੍ਰਮੋਟ ਹੋ ਗਈ। ਨੈਕਸਟ ਇਜ਼ ਇਸ ਵੇਸਟਫੁਲ ਕੰਜ਼ੰਪਸ਼ਨ ਦੇ ਕਾਰਨ ਇੰਡੀਆ ਦੇ ਵਿੱਚ ਜਿਹੜੀ ਸੇਵਿੰਗ ਅਤੇ ਕੈਪੀਟਲ ਫੋਰਮੇਸ਼ਨ ਸੀ ਉਹ ਵੀ ਬਹੁਤ ਜ਼ਿਆਦਾ ਘੱਟ ਗਈ। ਨੈਕਸਟ ਇਜ਼ ਇਨਕਰੀਜ਼ ਇਨ ਇਨਇਕੁਐਲਿਟੀ।
ਗਲੋਬਲਾਈਜੇਸ਼ਨ ਦੇ ਕਾਰਨ ਇਕੋਨਮੀ ਦੇ ਵਿੱਚ ਇਨਇਕੁਐਲਿਟੀ ਵੀ ਇਨਕਰੀਜ਼ ਹੋਏ। ਗਲੋਬਲਾਈਜੇਸ਼ਨ ਦਾ ਜਿਹੜਾ ਜ਼ਿਆਦਾ ਇਫੈਕਟ ਪਿਆ ਸੀ, ਜ਼ਿਆਦਾ ਬੈਨੀਫਿਟ MNC ਮਲਟੀਨੈਸ਼ਨਲ ਅਤੇ ਬਿਗ ਇੰਡਸਟਰੀ ਯੂਨਿਟਸ ਨੂੰ ਅਚੀਵ ਹੋਇਆ, ਬਟ ਜਿਹੜੀ ਸਮੋਲ ਅਤੇ ਕਾਟੇਜ ਇੰਡਸਟਰੀ ਸੀ ਉਹਨਾਂ ਦੇ ਉੱਪਰ ਇਸਦਾ ਨੈਗੇਟਿਵ ਐਡਵਰਸ ਇਫੈਕਟ ਪਿਆ, ਜਿਸ ਕਾਰਨ ਇਨਕਮ ਇਨਇਕੁਐਲਿਟੀ ਇੰਡੀਆ ਦੇ ਵਿੱਚ ਹੋਰ ਇਨਕਰੀਜ਼ ਕਰ ਗਈ। ਨੈਕਸਟ ਇਜ਼ ਡੋਮੀਨੈਂਸ ਆਫ ਫੋਰਨ ਇੰਸਟੀਟਿਊਸ਼ਨ। ਆਫਟਰ ਗਲੋਬਲਾਈਜੇਸ਼ਨ ਜਿਹੜੀ ਫੋਰਨ ਇੰਸਟੀਟਿਊਸ਼ਨ ਸੀ ਉਹਨਾਂ ਦਾ ਇੰਡੀਆ ਦੇ ਵਿੱਚ ਡੋਮੀਨੈਂਸ ਇਨਕਰੀਜ਼ ਹੋ ਗਿਆ। Globalization has helped foreign companies in enlarging their market share. For example, ਇੰਡੀਆ ਦੇ ਜਿਹੜੀ ਕੋਲਡ ਡਰਿੰਕ ਮਾਰਕੀਟ ਆ ਉਸ ਦੇ ਵਿੱਚ ਜਿਹੜਾ ਜ਼ਿਆਦਾਤਰ ਲਾਰਜ ਸ਼ੇਅਰ ਕੰਟਰੋਲਡ ਬਾਏ ਪੈਪਸੀ ਐਂਡ ਕੋਕਾ ਕੋਲਾ। ਪੈਪਸੀ ਐਂਡ ਕੋਕਾ ਕੋਲਾ ਜਿਹੜੀ ਕੰਪਨੀ ਉਹ ਜ਼ਿਆਦਾ ਸ਼ੇਅਰ ਕੌਣ ਕੰਟਰੋਲਡ ਕਰਦੀ ਹੈ? ਇਹ ਦੋਨੋਂ ਕੰਪਨੀਜ਼ ਕਿਹੜੀਆਂ? ਫੋਰਨ ਕੰਪਨੀਜ਼ ਆ। ਨੈਕਸਟ ਇਜ਼ ਬੈਡ ਇਫੈਕਟ ਔਨ ਕਲਚਰ ਐਂਡ ਵੈਲਿਊ ਸਿਸਟਮ। ਬਹੁਤ ਸਾਰੀ ਗਲੋਬਲ ਕੰਪਨੀਜ਼ ਆ, ਫੋਰਨ ਕੰਪਨੀਜ਼ ਆ ਜਿਹੜੇ ਕਿ ਆਪਣੇ ਜਿਨ੍ਹਾਂ ਦੇ ਜਿਹੜੇ ਪ੍ਰੋਡਕਟ ਆ ਉਹ ਸਾਡੇ ਕਲਚਰ ਅਤੇ ਵੈਲਿਊ ਸਿਸਟਮ ਨੂੰ ਡਿਸਟਰੋਇਡ ਕਰਦੇ ਆ। ਫੋਰ ਐਗਜ਼ਾਮਪਲ ਦੀ ਵਲਗਰ ਐਡਵਰਟਾਈਜ਼ਮੈਂਟ ਸ਼ੋਨ ਬਾਏ ਦੀ MNC ਕੰਪਨੀਜ਼ ਪਲਿਊਟ ਦੀ ਥਿੰਕਿੰਗ ਆਫ ਯੰਗ ਜਨਰੇਸ਼ਨਸ। ਨੈਕਸਟ ਇਜ਼ ਲੈਸ ਐਂਟਰੀ ਇਨ ਸਟ੍ਰੈਟੇਜਿਕ ਏਰੀਆਜ਼। ਜਿਹੜੀਆਂ ਗਲੋਬਲ ਕੰਪਨੀ ਸੀਗੀਆਂ ਜਾਂ ਫੋਰਨ ਕੰਪਨੀ ਸੀ ਉਹ ਜ਼ਿਆਦਾਤਰ ਕੰਜ਼ਿਊਮਰ ਗੁੱਡਸ ਲਾਈਕ ਰੈਡੀਮੇਡ ਗਾਰਮੈਂਟਸ, ਕਾਸਮੈਟਿਕਸ, ਪ੍ਰੋਸੀਡਸ, ਫੂਡ, ਸੋਫਟ ਡਰਿੰਕ, ਟੂਥਪੇਸਟ ਐਕਸੈਕਟਰਾ ਉਹਨਾਂ ਦੇ ਪ੍ਰੋਡਕਸ਼ਨ ਵੱਲ ਜ਼ਿਆਦਾ ਧਿਆਨ ਦਿੰਦੀ ਸੀਗੀ। ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰੋਡਕਸ਼ਨ ਦੇ ਨਾਲ ਸਾਡੀ ਇਕੋਨਮੀ ਦੀ ਡਿਵੈਲਪਮੈਂਟ 'ਤੇ, ਇੰਡੀਆ ਦੀ ਇਕੋਨਮੀ ਦੀ ਡਿਵੈਲਪਮੈਂਟ 'ਤੇ ਜ਼ਿਆਦਾ ਇਫੈਕਟ ਨਹੀਂ ਪੈਂਦਾ ਸੀ। ਜਿਹੜੀਆਂ ਗਲੋਬਲ ਕੰਪਨੀ ਸੀਗੀਆਂ ਉਹ ਸਟ੍ਰੈਟੇਜਿਕ ਏਰੀਆਜ਼ ਲਾਈਕ ਪਾਵਰ ਸੈਕਟਰ, ਸਟੀਲ ਇੰਡਸਟਰੀਜ਼, ਫਰਟੀਲਾਈਜ਼ਰ ਐਕਸੈਕਟਰਾ ਇਹਨਾਂ ਦੇ ਵਿੱਚ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਦੀਆਂ ਸੀ, ਕਿਉਂਕਿ ਇਹ ਜਿਹੜੇ ਪ੍ਰੋਜੈਕਟ ਰਿਸਕੀ ਪ੍ਰੋਜੈਕਟਸ ਹੁੰਦੇ ਆ। ਸਿਮਿਲਰਲੀ ਜਿਹੜੀ ਗਲੋਬਲ ਕੰਪਨੀਜ਼ ਆ ਉਹ ਨਾ ਹੀ ਏਰੀਆ ਆਫ ਟੈਕਨੋਲੋਜੀ ਐਂਡ ਕੈਪੀਟਲ ਗੁੱਡਸ ਵਿੱਚ ਵੀ ਜਿਹੜੀ ਉਹਨਾਂ ਦੀ ਇਨਵੈਸਟਮੈਂਟ ਸੀ ਉਹ ਵੀ ਬਹੁਤ ਘੱਟ ਸੀ। ਨੈਕਸਟ ਇਜ਼ ਪ੍ਰੋਬਲਮ ਆਫ ਬ੍ਰੇਨ ਡਰੇਨ। ਜਿਹੜੀਆਂ ਗਲੋਬਲ ਕੰਪਨੀ ਸੀਗੀਆਂ ਉਹ ਕੁਆਲੀਫਾਈਡ ਅਤੇ ਸਕਿਲਡ ਇੰਜੀਨੀਅਰਸ ਅਤੇ ਟੈਕਨੀਸ਼ੀਅਨਸ ਨੂੰ ਹਾਇਰ ਕਰਦੀਆਂ ਸੀ ਆਪਣੀ ਜੋਬਸ ਦੇ ਲਈ। ਬਾਅਦ ਵਿੱਚ ਉਹ ਇਹਨਾਂ ਐਕਸਪਰਟਸ ਨੂੰ ਐਬਰੋਡ ਦੇ ਵਿੱਚ ਭੇਜ ਦਿੰਦੇ ਸੀਗੇ ਔਰ ਕੰਮ ਕਰਨ ਦੇ ਲਈ, ਜਿਸ ਕਾਰਨ ਜਿਹੜੀ ਬ੍ਰੇਨ ਡਰੇਨ ਦੀ ਪ੍ਰੋਬਲਮ ਉਹ ਇਨਕਰੀਜ਼ ਹੋ ਗਈ ਸੀ ਇੰਡੀਆ ਦੇ ਵਿੱਚ। ਨੈਕਸਟ ਇਜ਼ ਪ੍ਰੋਡਕਸ਼ਨ ਆਫ ਪ੍ਰੋਹਿਬਿਟਡ ਗੁੱਡਸ। ਜਿਹੜੀਆਂ ਗਲੋਬਲ ਕੰਪਨੀਜ਼ ਸੀਗੀਆਂ ਉਹ ਉਹਨਾਂ ਗੁੱਡਸ ਦਾ ਵੀ ਪ੍ਰੋਡਕਸ਼ਨ ਕਰਦੀਆਂ ਸੀ ਜਿਹੜੀਆਂ ਕਿ ਹਾਰਮਫੁਲ ਹੁੰਦੀਆਂ ਸੀ ਫੋਰ ਕੰਜ਼ਿਊਮਰ ਦੇ ਲਈ, ਬਟ ਉਹ ਆਪਣੇ ਪ੍ਰੋਫਿਟ ਮੋਟਿਵਸ ਦੇ ਲਈ ਉਹ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰੋਡਕਸ਼ਨ ਕਰਦੇ ਰਹਿੰਦੇ ਸੀ। ਨੈਕਸਟ ਇਜ਼ ਪੋਲੀਟੀਕਲ ਇੰਟਰਫੇਅਰੈਂਸ। ਜਿਹੜੀਆਂ ਗਲੋਬਲ ਕੰਪਨੀਜ਼ ਸੀਗੀਆਂ ਉਹ ਪੋਲੀਟਿਕਸ ਦੇ ਵਿੱਚ ਵੀ, ਹੋਸਟ ਨੇਸ਼ਨ ਦੇ ਪੋਲੀਟਿਕਸ ਵਿੱਚ ਵੀ ਇੰਟਰਫੇਅਰਸ ਕਰਦੀਆਂ ਸੀ। ਉਹ ਪੂਰਾ ਐਫਰਟਸ ਲਗਾਉਂਦੀਆਂ ਸੀ ਕਿ ਉਸ ਪੋਲੀਟੀਕਲ ਪਾਰਟੀ ਨੂੰ ਪਾਵਰ ਵਿੱਚ ਲਿਆਉਣ ਜਿਹੜੀ ਪਾਰਟੀ ਉਹਨਾਂ ਦੇ ਫੇਵਰ ਵਿੱਚ ਹੁੰਦੀ ਸੀਗੀ। ਨੈਕਸਟ ਇਜ਼ ਅਨਬੈਲੈਂਸਡ ਰੀਜਨਲ ਡਿਵੈਲਪਮੈਂਟ। ਜਿਹੜੀਆਂ ਗਲੋਬਲ ਕੰਪਨੀ ਸੀ ਉਹ ਆਪਣੀ ਇੰਡਸਟਰੀਜ਼ ਨੂੰ ਡਿਵੈਲਪਡ ਸਿਟੀਜ਼ ਅਤੇ ਟਾਊਨਸ ਦੇ ਵਿੱਚ ਸੈਟਅਪ ਕਰਦੀਆਂ ਸੀ ਜਿੱਥੇ ਆਲਰੇਡੀ ਇਨਫਰਾਸਟਰਕਚਰ ਫੈਸਿਲਿਟੀਜ਼ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ, ਬਟ ਬੈਕਵਰਡ ਏਰੀਆ ਦੇ ਵਿੱਚ ਉਹ ਕੋਈ ਵੀ ਆਪਣੀ ਯੂਨਿਟਸ ਨੂੰ ਸੈਟਅਪਸ ਨਹੀਂ ਕਰਦੀਆਂ ਸੀ, ਜਿਸ ਕਾਰਨ ਰੀਜਨਲ ਇਨਇਕੁਐਲਿਟੀ ਜਾਂ ਡਿਸਪੈਰਿਟੀਜ਼ ਇਨਕਰੀਜ਼ ਹੋ ਗਈ। ਨੈਕਸਟ ਇਜ਼ ਟੈਕਸ ਐਵੀਜ਼ਨਸ। ਜਿਹੜੀ ਹੋਸਟ ਕੰਪਨੀਜ਼ ਹੁੰਦੀਆਂ ਸੀਗੀਆਂ ਉਹ ਕਾਰਪੋਰੇਸ਼ਨ ਟੈਕਸ ਲਗਾਉਂਦੀਆਂ ਸੀਗੀਆਂ ਔਨ ਦਾ ਇਨਕਮ ਆਫ ਕੰਪਨੀਜ਼ ਦੀ ਇਨਕਮ ਉੱਪਰ ਕਾਰਪੋਰੇਸ਼ਨ ਟੈਕਸ ਲਗਾਏ ਜਾਂਦੇ ਸੀ। ਜਿਹੜੀਆਂ ਫੋਰਨ ਕੰਪਨੀਜ਼ ਕੀ ਕਰਦੀਆਂ ਸੀ ਉਹ ਟੈਕਸ ਦੀ ਚੋਰੀਜ਼ ਕਰਦੀਆਂ ਸੀ। ਗਲੋਬਲ ਕੰਪਨੀਜ਼ ਰਿਡਿਊਸ ਦੇਅਰ ਪ੍ਰੋਫਿਟਸ ਬਾਏ ਅਡੋਪਟਿੰਗ ਟਰਾਂਸਫਰ ਪ੍ਰਾਈਜ਼ਿੰਗ ਮੈਥਡ ਨੂੰ ਅਡੋਪਟ ਕਰਕੇ ਉਹ ਆਪਣੇ ਪ੍ਰੋਫਿਟ ਨੂੰ ਘੱਟ ਸ਼ੋ ਕਰਦੇ ਸੀ, ਜਿਸ ਕਾਰਨ ਉਹ ਟੈਕਸ ਚੋਰੀ ਕਰਦੇ ਹੁੰਦੇ ਸੀਗੇ। ਇਸ ਤਰ੍ਹਾਂ ਗਲੋਬਲਾਈਜੇਸ਼ਨ ਦੇ ਕਾਰਨ ਇੰਡੀਅਨ ਇਕੋਨਮੀ ਦੇ ਉੱਪਰ ਬਹੁਤ ਸਾਰੇ ਪੋਜ਼ੀਟਿਵ ਇਫੈਕਟ ਵੀ ਪਏ ਐਂਡ ਨੈਗੇਟਿਵ ਇਫੈਕਟ ਵੀ ਪਏ ਇਸ 'ਤੇ।